ਜਦੋਂ ਨੀਰੂ ਦੇ ਪਾਪਾ ਇਸ ਦੁਨੀਆ ਤੋਂ ਗਏ ਉਸ ਵੇਲੇ ਉਹ ਸਿਰਫ 14 ਸਾਲ ਦੀ ਸੀ। ਪਾਪਾ ਦੇ ਜਾਣ ਤੋਂ ਬਾਅਦ ਨੀਰੂ ਦੀ ਪੂਰੀ ਦੁਨੀਆ ਹੀ ਬਦਲ ਗਈ। ਉਸਨੇ ਬਹੁਤ ਦੁੱਖ ਸਹੇ। ਫਿਰ ਇੱਕ ਦਿਨ ਉਸਦੇ ਲਈ ਰਿਸ਼ਤਾ ਆਇਆ। ਮਾਂ ਨੇ ਸੋਚਿਆ ਕਿ ਬੇਟੀ ਦਾ ਘਰ ਵਸ ਜਾਵੇਗਾ, ਆਪਣੇ ਘਰ ਨੂੰ ਚਲੀ ਜਾਵੇਗੀ, ਮੈਨੂੰ ਵੀ ਥੋੜ੍ਹਾ ਜਿਹਾ ਆਰਾਮ ਮਿਲੇਗਾ। ਫਿਰ ਨੀਰੂ ਦੀ ਨਵੀਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋਇਆ। ਉਸ ਤੋਂ ਨਾ ਉਸਦੀ ਪਸੰਦ ਪੁੱਛੀ ਗਈ ਅਤੇ ਨਾ ਹੀ ਦੱਸਿਆ ਗਿਆ ਕਿ ਮੁੰਡਾ ਕਿਹੋ ਜਿਹਾ ਹੈ। ਬਸ ਫਰਜ਼ ਨਿਭਾਇਆ ਗਿਆ। ਉਹ 18 ਸਾਲ ਦੀ ਹੋ ਚੁੱਕੀ ਸੀ। ਵਿਆਹ ਦੀ ਪਹਿਲੀ ਰਾਤ ਨੀਰੂ ਆਪਣੇ ਪਤੀ ਕੋਲ ਨਜ਼ਰਾਂ ਝੁਕਾ ਕੇ ਬੈਠੀ ਹੋਈ ਸੀ। ਉਸਦੇ ਪਤੀ ਦਾ ਨਾਂ ਨਿਰਮਲ ਸੀ। ਨਿਰਮਲ ਕਹਿਣ ਲੱਗਿਆ, ਨੀਰੂ ਸਾਫ਼ ਗੱਲ ਹੈ, ਮੈਨੂੰ ਕੱਲ੍ਹ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਾ ਚਾਹੀਦਾ। ਮੇਰੀ ਮਾਂ ਨੂੰ ਆਪਣੀ ਮਾਂ ਸਮਝਣਾ ਹੈ ਅਤੇ ਮੇਰੇ ਘਰ ਨੂੰ ਆਪਣਾ ਘਰ। ਲੜਾਈ ਝਗੜੇ ਤਮਾਸ਼ਾ ਇਹ ਘਰ ਵਿੱਚ ਨਹੀਂ ਹੋਣਾ ਚਾਹੀਦਾ। ਨੀਰੂ ਨੇ ਹਾਂ ਵਿੱਚ ਸਿਰ ਹਿਲਾਉਂਦੇ ਹੋਏ ਕਿਹਾ, ਮੈਂ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ। ਉਹ ਰਾਤ ਗੁਜ਼ਰੀ ਅਤੇ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋ ਗਿਆ। ਸੱਸ ਕਹਿਣ ਲੱਗੀ, ਬਹੂ ਹੁਣ ਕੰਮ ਵੰਡ ਲਓ, ਤੂੰ ਰੋਟੀ ਬਣਾ ਦਿਆ ਕਰ। ਨੀਰੂ ਨੇ ਮੁਸਕਰਾਉਂਦੇ ਹੋਏ ਕਿਹਾ, ਠੀਕ ਹੈ ਮੰਮੀ ਜੀ, ਮੈਂ ਰਸੋਈ ਦਾ ਕੰਮ ਸਾਂਭ ਲਵਾਂਗੀ। ਨੀਰੂ ਹਲੇ ਉਮਰ ਵਿੱਚ ਛੋਟੀ ਸੀ, ਪਰ ਉਸਦੇ ਮੋਢਿਆਂ 'ਤੇ ਵੱਡੀਆਂ ਜ਼ਿੰਮੇਵਾਰੀਆਂ ਆ ਗਈਆਂ ਸਨ। ਸਾਰਾ ਪਰਿਵਾਰ ਇਕੱਠਾ ਰਹਿੰਦਾ ਸੀ। ਘਰ ਵਿੱਚ ਕੋਈ 18-20 ਮੈਂਬਰ ਸਨ ਅਤੇ ਇੰਨੇ ਬੰਦਿਆਂ ਦੀ ਰੋਟੀ ਬਣਾਉਣਾ ਕੋਈ ਆਸਾਨ ਕੰਮ ਨਹੀਂ ਹੁੰਦਾ। ਪਰ ਔਰਤ ਨੂੰ ਕਰਨਾ ਪੈਂਦਾ ਹੈ, ਉਸ ਨੂੰ ਸਹਿਣਾ ਹੀ ਪੈਂਦਾ ਹੈ। ਉਹ ਹੋਰ ਕਰ ਵੀ ਕੀ ਸਕਦੀ ਹੈ। ਉਹ ਕਿਸੇ ਆਦਮੀ ਦੀ ਤਰ੍ਹਾਂ ਰੋਹਬ ਨਹੀਂ ਪਾ ਸਕਦੀ। ਹਰ ਔਰਤ ਨੂੰ ਇਸ ਥਕਾਨ ਤੋਂ ਗੁਜ਼ਰਨਾ ਹੀ ਪੈਂਦਾ ਹੈ। ਅੱਜ ਪਹਿਲਾ ਦਿਨ ਸੀ। ਘੱਟ ਤੋਂ ਘੱਟ 10 ਕਿਲੋ ਸਬਜ਼ੀ ਸਾਹਮਣੇ ਪਈ ਸੀ, ਜਿਸ ਨੂੰ ਦੇਖ ਕੇ ਨੀਰੂ ਸੋਚਾਂ ਵਿੱਚ ਪੈ ਗਈ ਕਿ ਇੰਨੀ ਸਬਜ਼ੀ ਕਿਵੇਂ ਕੱਟਾਂਗੇ ਤੇ ਕਿਵੇਂ ਬਣਾਵਾਂਗੇ। ਖੈਰ ਉਸਨੇ ਹਿੰਮਤ ਕਰਕੇ ਸਬਜ਼ੀ ਕੱਟੀ ਅਤੇ ਖਾਣਾ ਬਣਾਉਣ ਲੱਗੀ। ਉਹ ਹਲੇ ਰਸੋਈ ਵਿੱਚ ਗਈ ਹੀ ਸੀ ਕਿ ਇੰਨੀ ਦੇਰ ਵਿੱਚ ਸੱਸ ਨੇ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਨੀਰੂ ਮੇਰੇ ਵਾਸਤੇ ਦੁੱਧ ਦਾ ਪਿਆਲਾ ਤਾਂ ਗਰਮ ਕਰ ਦੇ, ਮੇਰੇ ਸਿਰ ਵਿੱਚ ਦਰਦ ਹੋ ਰਿਹਾ ਹੈ, ਮੈਨੂੰ ਬਹੁਤ ਕਮਜ਼ੋਰੀ ਹੋ ਗਈ ਹੈ। ਨੀਰੂ ਨੇ ਕਿਹਾ, ਹਾਂਜੀ ਮੰਮੀ ਜੀ, ਹੁਣੇ ਲੈ ਕੇ ਆਉਂਦੀ ਹਾਂ। ਉਸਨੇ ਇੱਕ ਪਾਸੇ ਗੈਸ 'ਤੇ ਦੁੱਧ ਗਰਮ ਕਰ ਦਿੱਤਾ ਅਤੇ ਬੇਧਿਆਨੀ ਵਿੱਚ ਉਸਦੇ ਹੱਥ ਉੱਪਰ ਗਰਮ ਦੁੱਧ ਡੁੱਲ ਗਿਆ। ਜ਼ਿਆਦਾ ਜਲਿਆ ਤਾਂ ਨਹੀਂ ਸੀ, ਪਰ ਜਲਨ ਬਹੁਤ ਹੋ ਰਹੀ ਸੀ। ਉਸਨੇ ਆਪਣੀ ਸੱਸ ਨੂੰ ਬੈੱਡ 'ਤੇ ਬੈਠੀ ਨੂੰ ਹੀ ਦੁੱਧ ਦਿੱਤਾ। ਇੰਨੇ ਵਿੱਚ ਜਠਾਣੀ ਕਹਿਣ ਲੱਗੀ, ਨੀਰੂ ਜਲਦੀ ਰੋਟੀ ਵੀ ਬਣਾ ਲਿਆ, ਚੀਕੂ ਦੇ ਪਾਪਾ ਆਉਂਦੇ ਹੀ ਹੋਣਗੇ, ਉਹਨਾਂ ਨੂੰ ਬਹੁਤ ਭੁੱਖ ਲੱਗਦੀ ਹੈ। ਉਹ ਫਟਾਫਟ ਰਸੋਈ ਵਿੱਚ ਗਈ। ਸਬਜ਼ੀ ਤਿਆਰ ਹੋ ਗਈ ਅਤੇ ਨਾਲ ਹੀ 50 ਰੋਟੀਆਂ ਬਣਾਉਣੀਆਂ ਸਨ। ਉਸ ਨੂੰ ਬਹੁਤ ਥਕਾਵਟ ਹੋ ਰਹੀ ਸੀ। ਰੋਟੀ ਤਿਆਰ ਹੋ ਗਈ। ਨੀਰੂ ਰਸੋਈ ਵਿੱਚ ਹੀ ਬੈਠ ਗਈ। ਉਸਦੇ ਹੱਥ ਲਾਲ ਹੋ ਚੁੱਕੇ ਸਨ। ਉਹ ਆਪਣੇ ਕਮਰੇ ਵਿੱਚ ਆ ਕੇ ਬੈੱਡ 'ਤੇ ਲੇਟ ਗਈ। ਉਹ ਬਹੁਤ ਥੱਕ ਚੁੱਕੀ ਸੀ। 1 ਘੰਟਾ ਸੌਣ ਤੋਂ ਬਾਅਦ ਉਸ ਨੂੰ ਯਾਦ ਆਇਆ, ਉਸਨੇ ਤਾਂ ਰੋਟੀ ਖਾਧੀ ਹੀ ਨਹੀਂ ਹੈ। ਉਸਨੇ ਉੱਠ ਕੇ ਮੂੰਹ ਹੱਥ ਧੋਇਆ ਅਤੇ ਰਸੋਈ ਵਿੱਚ ਦੇਖਿਆ, ਨਾ ਕੋਈ ਰੋਟੀ ਬਚੀ ਸੀ ਅਤੇ ਨਾ ਹੀ ਸਬਜ਼ੀ। ਉਸਨੇ ਆਪਣੀ ਜਠਾਣੀ ਨੂੰ ਪੁੱਛਿਆ, ਦੀਦੀ ਰੋਟੀ ਨਹੀਂ ਬਚੀ? ਤਾਂ ਜਠਾਣੀ ਨੇ ਆਰਾਮ ਨਾਲ ਕਿਹਾ, ਨੀਰੂ ਥੋੜ੍ਹੀ ਜਿਹੀ ਸਬਜ਼ੀ ਬਚੀ ਹੈ, ਉਹ ਸਵੇਰੇ ਚੀਕੂ ਦੇ ਪਾਪਾ ਲੈ ਜਾਣਗੇ ਅਤੇ ਥੋੜ੍ਹੀ ਜਿਹੀ ਤੇਰੇ ਪਤੀ ਲਈ ਰੱਖੀ ਹੈ, ਉਹ ਕੰਮ ਤੋਂ ਆ ਕੇ ਖਾਵੇਗਾ। ਫਿਰ ਜਠਾਣੀ ਉਸ ਨੂੰ ਕਹਿਣ ਲੱਗੀ, ਅੱਛਾ ਜਾ ਕੇ ਚਾਹ ਬਣਾ ਦੇ, ਸਾਰੇ ਬੱਚਿਆਂ ਨੇ ਚਾਹ ਪੀਣੀ ਹੈ। ਨੀਰੂ ਚੁੱਪਚਾਪ ਰਸੋਈ ਵਿੱਚ ਚਲੀ ਗਈ। ਉਸ ਦੀਆਂ ਅੱਖਾਂ ਵਿੱਚ ਹੰਝੂ ਸਨ। ਪਤਾ ਨਹੀਂ ਕਿਉਂ ਉਸ ਦੀਆਂ ਅੱਖਾਂ ਵਿੱਚੋਂ ਆਪਣੇ ਆਪ ਹੰਝੂ ਵਗਦੇ ਜਾ ਰਹੇ ਸਨ। ਉਹ ਰੋਣਾ ਨਹੀਂ ਚਾਹੁੰਦੀ ਸੀ, ਪਰ ਹੰਝੂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ। ਉਸਨੇ ਚਾਹ ਵਾਲਾ ਵੱਡਾ ਸਾਰਾ ਪਤੀਲਾ ਚੁੱਕਿਆ ਅਤੇ ਚੁੱਲ੍ਹੇ 'ਤੇ ਰੱਖ ਦਿੱਤਾ। ਭੁੱਖ ਨਾਲ ਉਸਦਾ ਬੁਰਾ ਹਾਲ ਸੀ। ਹੁਣ ਉਸਦੇ ਵਿੱਚ ਹੋਰ ਕੰਮ ਕਰਨ ਦੀ ਹਿੰਮਤ ਨਹੀਂ ਸੀ। ਉਸਨੇ ਦੇਖਿਆ ਕੱਲ੍ਹ ਵਾਲੀ ਰੁੱਖੀ ਸੁੱਕੀ ਰੋਟੀ ਪਈ ਹੈ। ਉਸਨੇ ਉਹ ਰੋਟੀ ਚਾਹ ਵਿੱਚ ਡੁਬੋ ਕੇ ਖਾ ਲਈ। ਥੱਕ ਟੁੱਟ ਕੇ ਉਹ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਈ। ਜਦੋਂ ਉਸਦਾ ਪਤੀ ਘਰ ਆਇਆ ਤਾਂ ਉਸਨੇ ਦੇਖਿਆ ਨੀਰੂ ਲੇਟੀ ਹੋਈ ਹੈ, ਤਾਂ ਉਸਨੂੰ ਆਵਾਜ਼ਾਂ ਮਾਰਨ ਲੱਗਿਆ, ਨੀਰੂ ਉੱਠ, ਬਸ ਸੌਂਦੀ ਹੀ ਰਿਹਾ ਕਰ ਸਾਰਾ ਦਿਨ। ਇਹ ਲੈ ਪਾਲਕ ਪਨੀਰ, ਮੈਂ ਲੈ ਕੇ ਆਇਆ ਹਾਂ, ਮੇਰੇ ਲਈ ਸਬਜ਼ੀ ਬਣਾ ਦੇ, ਮੈਨੂੰ ਬਹੁਤ ਭੁੱਖ ਲੱਗੀ ਹੈ। ਨੀਰੂ ਦੇ ਸਾਰੇ ਸਰੀਰ ਵਿੱਚ ਦਰਦ ਹੋ ਰਿਹਾ ਸੀ।
ਪਰ ਉਹ ਮੁਸਕਰਾਉਂਦੇ ਹੋਏ ਉੱਠੀ ਅਤੇ ਕਹਿਣ ਲੱਗੀ, ਤੁਸੀਂ ਆ ਗਏ? ਮੈਂ ਹੁਣੇ ਤੁਹਾਡੇ ਲਈ ਰੋਟੀ ਬਣਾ ਕੇ ਲਿਆਉਂਦੀ ਹਾਂ। ਉਸਨੇ ਫਟਾਫਟ ਰੋਟੀ ਸਬਜ਼ੀ ਬਣਾਈ ਅਤੇ ਲਿਆ ਕੇ ਨਿਰਮਲ ਦੇ ਸਾਹਮਣੇ ਰੱਖ ਦਿੱਤੀ ਅਤੇ ਬੈਠ ਗਈ। ਉਸਨੇ ਕਿਹਾ, ਨਿਰਮਲ, ਅੱਜ ਸਾਰਿਆਂ ਲਈ ਰੋਟੀ ਮੈਂ ਬਣਾਈ ਸੀ। ਇਹ ਦੇਖੋ, ਮੇਰਾ ਹੱਥ ਵੀ ਜਲ ਗਿਆ। ਨਿਰਮਲ ਟੀਵੀ ਵੱਲ ਵੇਖਦੇ ਹੋਏ ਕਹਿਣ ਲੱਗਿਆ, ਹਾਂ ਯਾਦ ਆਇਆ, ਮੰਮੀ ਕਹਿ ਰਹੀ ਸੀ ਕਿ ਭਾਂਡੇ ਮਾਂਜਣ ਵਾਲੇ ਪਏ ਹਨ। ਨੀਰੂ ਨੂੰ ਕਹਿ ਦੇ ਭਾਂਡੇ ਮਾਂਜ ਦੇਵੇਗੀ। ਨੀਰੂ ਚੁੱਪ ਹੋ ਗਈ। ਇਹ ਸ਼ਬਦ ਜਿਵੇਂ ਉਸਦਾ ਦਿਲ ਚੀਰ ਗਏ ਹੋਣ। ਨਿਰਮਲ ਨੇ ਉਸਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਤੇਰਾ ਹੱਥ ਕਿਵੇਂ ਜਲਿਆ ਹੈ, ਅਤੇ ਨਾ ਹੀ ਇਹ ਕਿਹਾ ਕਿ ਤੂੰ ਥੱਕ ਗਈ ਹੋਵੇਂਗੀ, ਆਰਾਮ ਕਰ ਲੈ, ਭਾਂਡੇ ਭਾਬੀ ਮਾਂਜ ਦੇਵੇਗੀ। ਨੀਰੂ ਉੱਠ ਕੇ ਰਸੋਈ ਵਿੱਚ ਚਲੀ ਗਈ। ਰਸੋਈ ਵਿੱਚ ਭਾਂਡਿਆਂ ਦਾ ਢੇਰ ਲੱਗਿਆ ਹੋਇਆ ਸੀ। ਉੱਧਰ ਤੋਂ ਨਿਰਮਲ ਨੇ ਆਵਾਜ਼ ਮਾਰੀ ਕਿ ਪਹਿਲਾਂ ਮੇਰੇ ਲਈ ਵਧੀਆ ਚਾਹ ਬਣਾ ਦੇ। ਨੀਰੂ ਨੇ ਚਾਹ ਬਣਾ ਕੇ ਦਿੱਤੀ ਅਤੇ ਫਿਰ ਬਰਤਨ ਸਾਫ਼ ਕਰਨ ਲੱਗੀ। ਬਰਤਨ ਸਾਫ਼ ਕਰਨ ਵਿੱਚ 2 ਘੰਟੇ ਲੱਗੇ। ਉਹ ਵੀ ਤਾਂ ਆਖਰ ਇਨਸਾਨ ਹੀ ਸੀ, ਉਸ ਵਿੱਚ ਵੀ ਜਾਨ ਸੀ, ਪਰ ਇਸ ਗੱਲ ਦਾ ਅਹਿਸਾਸ ਕਿਸੇ ਨੂੰ ਨਹੀਂ ਸੀ। ਔਰਤ ਨੂੰ ਘਰ ਵਸਾਉਣਾ ਹੁੰਦਾ ਹੈ, ਉਹ ਕਦੇ ਬਦਨਾਮ ਨਹੀਂ ਹੋਣਾ ਚਾਹੁੰਦੀ। ਸਿਰਫ ਘਰ ਵਸਾਉਣ ਲਈ ਉਹ ਨਰਕ ਵਿੱਚ ਵੀ ਗੁਜ਼ਾਰਾ ਕਰ ਲੈਂਦੀ ਹੈ। ਘਰ ਵਿੱਚ ਕੋਈ ਮਹਿਮਾਨ ਆ ਜਾਵੇ ਜਾਂ ਕੋਈ ਸਪੈਸ਼ਲ ਦਿਨ ਹੋਵੇ, ਸਾਰੀ ਜ਼ਿੰਮੇਵਾਰੀਆਂ ਨੀਰੂ ਦੀਆਂ ਹੀ ਹੁੰਦੀਆਂ ਸਨ। ਉਹ ਤਾਂ ਬਸ ਇੱਕ ਨੌਕਰਾਣੀ ਬਣ ਚੁੱਕੀ ਸੀ। ਸਵੇਰ ਹੁੰਦੇ ਹੀ ਇੱਕ ਰੋਬੋਟ ਦੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੰਦੀ ਸੀ। ਨਾਸ਼ਤਾ ਬਣਾਉਂਦੀ ਸੀ, ਕਦੇ ਸੱਸ ਦੀਆਂ ਗੱਲਾਂ ਸੁਣਦੀ, ਕਦੇ ਦਿਓਰ ਦੀਆਂ, ਕਦੇ ਜੇਠ ਦੀਆਂ ਅਤੇ ਕਦੇ ਪਤੀ ਦੀਆਂ ਝਿੜਕਾਂ। ਉਸ ਦੇ ਵਿਆਹ ਨੂੰ 1 ਸਾਲ ਹੋ ਚੁੱਕਿਆ ਸੀ, ਪਰ ਹਾਲੇ ਉਸ ਕੋਲ ਔਲਾਦ ਨਹੀਂ ਹੋਈ ਸੀ। ਸੱਸ ਉਸ ਨੂੰ ਵਾਰ-ਵਾਰ ਤਾਨੇ ਦੇਣ ਲੱਗੀ। ਇੱਕ ਦਿਨ ਨੀਰੂ ਨੇ ਆਪਣੀ ਸੱਸ ਨੂੰ ਕਿਹਾ, ਮੰਮੀ ਜੀ, ਤੁਸੀਂ ਮੈਨੂੰ ਕਿਉਂ ਤਾਨੇ ਦਿੰਦੇ ਹੋ? ਔਲਾਦ ਮੇਰੇ ਹੱਥ ਵਿੱਚ ਤਾਂ ਨਹੀਂ ਹੈ ਨਾ। ਰੱਬ ਦੀ ਮਰਜ਼ੀ ਹੈ, ਉਹ ਭਾਵੇਂ ਕਿਸੇ ਨੂੰ ਔਲਾਦ ਦੇਵੇ ਜਾਂ ਨਾ ਦੇਵੇ। ਤਾਂ ਸੱਸ ਨੇ ਗੁੱਸੇ ਵਿੱਚ ਕਿਹਾ, ਤੂੰ ਚਾਹੁੰਦੀ ਹੀ ਨਹੀਂ ਹੈ। ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਬਸ ਫੈਸ਼ਨ ਹੀ ਕਰਨਾ ਜਾਣਦੀਆਂ ਹਨ। ਬਕਵਾਸ ਨਾ ਕਰ, ਜਾ ਕੇ ਰੋਟੀ ਬਣਾ। ਉਹ ਰੋਂਦੇ ਹੋਏ ਆਪਣੇ ਕਮਰੇ ਵਿੱਚ ਗਈ ਅਤੇ ਕਹਿਣ ਲੱਗੀ, ਹੇ ਪ੍ਰਮਾਤਮਾ, ਤੂੰ ਮੇਰੇ ਨਾਲ ਅਜਿਹਾ ਕਿਉਂ ਕਰ ਰਿਹਾ ਹੈ? ਮੇਰੇ ਉੱਪਰ ਵੀ ਤਰਸ ਖਾ ਲਿਆ ਕਰ। ਰਾਤ ਨੂੰ ਜਦੋਂ ਨਿਰਮਲ ਘਰ ਆਇਆ ਤਾਂ ਉਸਦੀ ਮਾਂ ਕਹਿਣ ਲੱਗੀ, ਅੱਜ ਆਪਣੀ ਪਤਨੀ ਨੂੰ ਕਿਸੇ ਡਾਕਟਰ ਨੂੰ ਦਿਖਾ। ਕਦੋਂ ਤੱਕ ਇਸ ਬਾਂਝ ਨੂੰ ਪਾਲਦਾ ਰਹੇਗਾ? ਅੱਜ ਮੇਰੇ ਨਾਲ ਬਹਿਸ ਕਰ ਰਹੀ ਸੀ। ਨਿਰਮਲ ਦੀ ਮਰਦਾਨਗੀ ਜਾਗੀ। ਉਸਨੇ ਕਿਹਾ, ਮੰਮੀ, ਉਸਨੇ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਹੈ? ਤਾਂ ਸੱਸ ਕਹਿਣ ਲੱਗੀ, ਹੋਰ ਕੀ ਨਹੀਂ, ਹਰ ਗੱਲ ਦਾ ਤਾਂ ਪਲਟ ਕੇ ਜਵਾਬ ਦਿੰਦੀ ਹੈ। ਨਿਰਮਲ ਬਹੁਤ ਗੁੱਸੇ ਵਿੱਚ ਸੀ। ਉਸਨੇ ਕਮਰੇ ਵਿੱਚ ਜਾ ਕੇ ਦੇਖਿਆ, ਨੀਰੂ ਰੋ ਰਹੀ ਸੀ। ਉਹ ਕਹਿਣ ਲੱਗਿਆ, ਹੁਣ ਤੈਨੂੰ ਕੀ ਹੋ ਗਿਆ ਹੈ? ਤੂੰ ਕਿਉਂ ਰੋ ਰਹੀ ਹੈ? ਨੀਰੂ ਰੋਂਦੇ ਹੋਏ ਨਿਰਮਲ ਦੇ ਗਲ ਲੱਗ ਗਈ ਅਤੇ ਕਹਿਣ ਲੱਗੀ, ਨਿਰਮਲ, ਇਸ ਵਿੱਚ ਮੇਰਾ ਕੀ ਕਸੂਰ ਹੈ? ਮੈਂ ਕੀ ਗਲਤ ਕੀਤਾ ਹੈ? ਜੇਕਰ ਮੇਰੇ ਕੋਲ ਬੱਚਾ ਨਹੀਂ ਹੋ ਰਿਹਾ ਹੈ ਤਾਂ ਮੈਂ ਕੀ ਕਰਾਂ? ਮੈਂ ਵੀ ਤਾਂ ਇਨਸਾਨ ਹਾਂ। ਮੈਨੂੰ ਕਿਉਂ ਤਾਨੇ ਦਿੱਤੇ ਜਾਂਦੇ ਹਨ? ਤੁਸੀਂ ਮੈਨੂੰ ਜਿਸ ਡਾਕਟਰ ਕੋਲ ਲੈ ਕੇ ਜਾਣਾ ਚਾਹੁੰਦੇ ਹੋ, ਲੈ ਜਾਓ। ਉਹ ਬੇਵੱਸ ਹੋ ਗਈ ਸੀ। ਨਿਰਮਲ ਉਸਨੂੰ ਦਿਲਾਸਾ ਦੇਣ ਦੀ ਬਜਾਏ ਕਹਿਣ ਲੱਗਿਆ, ਉਹ ਤਾਂ ਲੈ ਕੇ ਹੀ ਜਾਣਾ ਪਵੇਗਾ। ਪਤਾ ਨਹੀਂ ਇਹ ਤੁਹਾਡੇ ਕੀ ਤਮਾਸ਼ੇ ਹਨ। ਅਤੇ ਹਾਂ, ਮੇਰੀ ਮਾਂ ਦੇ ਸਾਹਮਣੇ ਬਕਵਾਸ ਨਾ ਕਰਿਆ ਕਰ। ਮੈਂ ਤੈਨੂੰ ਦੱਸ ਰਿਹਾ ਹਾਂ, ਤੂੰ ਹਰ ਗੱਲ ਦਾ ਜਵਾਬ ਦਿੰਦੀ ਹੈ। ਨੀਰੂ ਬੈੱਡ 'ਤੇ ਬੈਠ ਗਈ ਅਤੇ ਕਹਿਣ ਲੱਗੀ, ਨਿਰਮਲ, ਤੁਸੀਂ ਮੇਰੇ ਨਾਲ ਅਜਿਹਾ ਕਿਉਂ ਕਰਦੇ ਹੋ? ਮੈਂ ਤਾਂ ਕਿਸੇ ਨੂੰ ਕੁਝ ਕਹਿੰਦੀ ਵੀ ਨਹੀਂ ਹਾਂ। ਫਿਰ ਤੁਹਾਡਾ ਵਰਤਾਓ ਮੇਰੇ ਨਾਲ ਅਜਿਹਾ ਕਿਉਂ ਹੈ? ਤੁਹਾਨੂੰ ਮੈਂ ਹੀ ਕਿਉਂ ਗਲਤ ਲੱਗਦੀ ਹਾਂ? ਨਿਰਮਲ ਉੱਠ ਕੇ ਦੂਜੇ ਕਮਰੇ ਵਿੱਚ ਚਲਾ ਗਿਆ ਅਤੇ ਕਹਿਣ ਲੱਗਿਆ, ਬਸ ਬਕਵਾਸ ਕਰਦੀ ਰਿਹਾ ਕਰ। ਰਾਤ ਦੇ 12 ਵਜੇ ਨੀਰੂ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ। ਨਿਰਮਲ ਦੂਜੇ ਕਮਰੇ ਵਿੱਚ ਸੁੱਤਾ ਪਿਆ ਸੀ। ਸਵੇਰੇ ਬੁਖਾਰ ਨਾਲ ਬੇਹਾਲ ਨੀਰੂ ਨਾਸ਼ਤਾ ਬਣਾਉਣ ਲੱਗੀ। ਜਦੋਂ ਨਿਰਮਲ ਕੰਮ 'ਤੇ ਜਾਣ ਲੱਗਿਆ ਤਾਂ ਉਸਨੇ ਨਿਰਮਲ ਦਾ ਹੱਥ ਫੜ ਕੇ ਕਿਹਾ, ਮੇਰੇ ਵਿੱਚ ਹਿੰਮਤ ਨਹੀਂ ਹੈ, ਮੈਨੂੰ ਡਾਕਟਰ ਕੋਲ ਲੈ ਚੱਲੋ। ਨਿਰਮਲ ਮੂੰਹ ਬਣਾ ਕੇ ਕਹਿਣ ਲੱਗਿਆ, ਡਰਾਮੇ ਨਾ ਕਰ, ਬੁਖਾਰ ਦੀ ਗੋਲੀ ਪਈ ਹੈ, ਖਾ ਲੈ ਜਾ ਕੇ। ਨੀਰੂ ਬਹੁਤ ਉਦਾਸ ਸੀ। ਉਸਨੂੰ ਇੱਕ ਕਿਹੋ ਜਿਹਾ ਹਮਸਫ਼ਰ ਮਿਲਿਆ ਸੀ। ਉਹ ਸੋਚ ਰਹੀ ਸੀ ਕਿ ਇਸ ਦੇ ਦਿਲ ਵਿੱਚ ਮੇਰੀ ਕੀ ਅਹਿਮੀਅਤ ਹੈ? ਮੈਂ ਕੌਣ ਹਾਂ ਇਸ ਦੇ ਲਈ? ਮੈਂ ਇਨਸਾਨ ਹਾਂ ਜਾਂ ਨਹੀਂ? ਕਦੇ ਪਿਆਰ ਨਾਲ ਗੱਲ ਨਹੀਂ ਕਰਦਾ। ਕੁਝ ਦਿਨਾਂ ਬਾਅਦ ਨੀਰੂ ਦੀ ਸੱਸ ਦੀ ਮੌਤ ਹੋ ਗਈ। ਘਰ ਵਿੱਚ ਬਟਵਾਰਾ ਹੋਇਆ, ਸਭ ਅਲੱਗ-ਅਲੱਗ ਹੋ ਗਏ।
ਨੀਰੂ ਲਈ ਇੱਕ ਉਮੀਦ ਦੀ ਕਿਰਨ ਜਾਗੀ ਕਿ ਸ਼ਾਇਦ ਹੁਣ ਉਸਦਾ ਪਤੀ ਬਦਲ ਜਾਵੇਗਾ, ਹੁਣ ਉਸਦੀ ਫਿਕਰ ਕਰੇਗਾ, ਉਸਦਾ ਖਿਆਲ ਰੱਖੇਗਾ। ਪਰ ਨਿਰਮਲ ਨੀਰੂ ਨਾਲ ਹੋਰ ਵੀ ਜ਼ਿਆਦਾ ਨਫ਼ਰਤ ਕਰਨ ਲੱਗਿਆ। ਉਹ ਸਵੇਰੇ ਨਾਸ਼ਤਾ ਕਰਕੇ ਕੰਮ ਤੇ ਚਲਾ ਜਾਂਦਾ, ਘਰ ਆ ਕੇ ਰੋਟੀ ਖਾਂਦਾ ਅਤੇ ਸੋ ਜਾਂਦਾ। ਉਸਦਾ ਇਹ ਵਰਤਾਓ ਨੀਰੂ ਦੀ ਜਾਨ ਕੱਢ ਰਿਹਾ ਸੀ। ਇੱਕ ਦਿਨ ਉਸਨੇ ਆਪਣੇ ਪਤੀ ਨਾਲ ਗੱਲ ਕੀਤੀ ਅਤੇ ਉਸਨੂੰ ਕਹਿਣ ਲੱਗੀ, ਮੇਰੇ ਤੋਂ ਕੋਈ ਗਲਤੀ ਹੋ ਗਈ ਹੈ? ਤੁਸੀਂ ਮੇਰੇ ਨਾਲ ਅਜਿਹਾ ਕਿਉਂ ਕਰ ਰਹੇ ਹੋ? ਤੁਸੀਂ ਜੋ ਕਹੋਗੇ ਮੈਂ ਉਸੇ ਤਰ੍ਹਾਂ ਕਰਾਂਗੀ। ਕੁਝ ਤਾਂ ਕਹੋ, ਮੇਰਾ ਹਾਲ ਪੁੱਛੋ, ਮੇਰਾ ਦਿਨ ਕਿਵੇਂ ਲੰਘਿਆ, ਕਦੇ ਇਸ ਬਾਰੇ ਪੁੱਛੋ। ਕਦੇ ਪਿਆਰ ਦੇ ਦੋ ਬੋਲ ਬੋਲ ਲਿਆ ਕਰੋ, ਮੈਂ ਇਸ ਨਾਲ ਹੀ ਖੁਸ਼ ਹੋ ਜਾਵਾਂਗੀ। ਨਿਰਮਲ ਦੂਜੇ ਪਾਸੇ ਮੂੰਹ ਕਰਕੇ ਸੌਂ ਗਿਆ। ਦਿਮਾਗ ਖਰਾਬ ਨਾ ਕਰ, ਤੂੰ ਤਾਂ ਆਪਣੇ ਰੋਣੇ ਧੋਣੇ ਲੈ ਕੇ ਬੈਠੀ ਹੀ ਰਹਿੰਦੀ ਹੈ। ਨੀਰੂ ਦੇ ਵਿਆਹ ਨੂੰ 5 ਸਾਲ ਹੋ ਗਏ, ਪਰ ਉਸਦੇ ਬੱਚਾ ਨਾ ਹੋਇਆ ਅਤੇ ਨਿਰਮਲ ਦੀ ਬੇਰੁਖੀ ਵੀ ਵੱਧਦੀ ਹੀ ਜਾ ਰਹੀ ਸੀ। ਨੀਰੂ ਨੇ ਆਪਣੇ ਟੈਸਟ ਕਰਵਾਏ। ਡਾਕਟਰ ਨੇ ਦੱਸਿਆ ਕਿ ਨੀਰੂ ਬਿਲਕੁਲ ਠੀਕ ਹੈ, ਬਸ ਔਲਾਦ ਰੱਬ ਦੇ ਹੱਥ ਵਿੱਚ ਹੈ। ਫਿਰ ਇੱਕ ਘਰ ਵਿੱਚ ਰਹਿੰਦੇ ਹੋਏ ਉਹ ਦੋਵੇਂ ਪਤੀ ਪਤਨੀ ਅਜਨਬੀ ਬਣ ਗਏ। ਨਿਰਮਲ ਹਮੇਸ਼ਾ ਚੁੱਪ ਰਹਿੰਦਾ, ਨਾ ਉਹ ਨੀਰੂ ਨੂੰ ਕਿਸੇ ਤਿਉਹਾਰ 'ਤੇ ਸ਼ਾਪਿੰਗ ਕਰਵਾਉਂਦਾ ਅਤੇ ਨਾ ਹੀ ਕਦੇ ਖੁਸ਼ੀ ਨਾਲ ਪਿਆਰ ਦੇ ਦੋ ਬੋਲ ਬੋਲਦਾ। ਉਸ ਲਈ ਉਹ ਸਭ ਕੁਝ ਕਰਦੀ ਜੋ ਨਿਰਮਲ ਉਸ ਨੂੰ ਕਹਿੰਦਾ। ਉਹ ਜਿੰਨਾ ਝੁਕਾਉਂਦਾ ਉਹ ਝੁਕ ਜਾਂਦੀ, ਪਰ ਨਿਰਮਲ ਨੂੰ ਕੋਈ ਫਰਕ ਨਹੀਂ ਪੈਂਦਾ ਸੀ। ਹੁਣ ਨੀਰੂ ਨੇ ਰੋਣਾ ਛੱਡ ਦਿੱਤਾ, ਉਹ ਵੀ ਚੁੱਪ ਹੋ ਗਈ। ਉਸਨੇ ਸਭ ਕੁਝ ਕਰਕੇ ਵੇਖ ਲਿਆ, ਪੈਰ ਵੀ ਫੜ ਲਏ, ਹੱਥ ਵੀ ਜੋੜ ਲਏ, ਮਾफ़ੀ ਵੀ ਮੰਗ ਲਈ, ਚੀਖ ਚੀਖ ਕੇ ਰੋ ਵੀ ਲਿਆ। ਸਭ ਕੁਝ ਬੇਕਾਰ ਰਿਹਾ। ਪਰ ਉਹ ਜਾਂਦੀ ਤਾਂ ਕਿੱਥੇ ਜਾਂਦੀ, ਕਰਦੀ ਤਾਂ ਕੀ ਕਰਦੀ। ਫਿਰ ਇੱਕ ਮੁੰਡਾ ਨੀਰੂ ਦੀ ਜ਼ਿੰਦਗੀ ਵਿੱਚ ਆਇਆ। ਪਤਾ ਨਹੀਂ ਕਿਵੇਂ ਉਸ ਨਾਲ ਗੱਲਬਾਤ ਸ਼ੁਰੂ ਹੋਈ। ਉਹ ਨਿਰਮਲ ਤੋਂ ਚੋਰੀ ਉਸ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਲੱਗੀ। ਦੀਪਕ ਇੱਕ ਖੂਬਸੂਰਤ ਨੌਜਵਾਨ ਸੀ। ਨੀਰੂ ਉਸ ਨਾਲ ਗੱਲਾਂ ਕਰਦੀ ਅਤੇ ਦੱਸਦੀ, ਮੈਂ ਥੱਕ ਜਾਂਦੀ ਹਾਂ, ਬੋਰ ਹੋ ਜਾਂਦੀ ਹਾਂ, ਸਾਰਾ ਦਿਨ ਘਰ ਵਿੱਚ ਇਕੱਲੀ ਰਹਿੰਦੀ ਹਾਂ। ਨੀਰੂ ਨੂੰ ਉਸਦੇ ਦਿਲ ਦਾ ਹਾਲ ਸੁਣਨ ਵਾਲਾ ਮਿਲ ਗਿਆ ਸੀ। ਹੌਲੀ ਹੌਲੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਨੀਰੂ ਉਸ ਨਾਲ ਗੱਲਾਂ ਕਰਕੇ ਬਹੁਤ ਖੁਸ਼ ਹੁੰਦੀ। ਉਹ ਉਸ ਨੂੰ ਸਮਾਂ ਦਿੰਦਾ, ਉਸਦਾ ਹਾਲ ਚਾਲ ਪੁੱਛਦਾ। ਹੌਲੀ ਹੌਲੀ ਉਹ ਕਰੀਬ ਆਉਂਦੇ ਗਏ। ਉਹ ਕਿਸੇ ਦੇ ਨਾਲ ਆਪਣਾ ਨਾਜਾਇਜ਼ ਰਿਸ਼ਤਾ ਨਹੀਂ ਬਣਾਉਣਾ ਚਾਹੁੰਦੀ ਸੀ, ਪਰ ਉਹ ਕਦੋਂ ਤੱਕ ਬਰਦਾਸ਼ਤ ਕਰ ਸਕਦੀ ਸੀ। ਉਸਦੇ ਵਿਆਹ ਨੂੰ 11 ਸਾਲ ਹੋ ਚੁੱਕੇ ਸਨ। ਹੁਣ ਤੱਕ ਉਸਨੇ ਸਿਰਫ ਨਿਰਮਲ ਦੀ ਬੇਰੁਖੀ ਦਾ ਹੀ ਸਾਹਮਣਾ ਕੀਤਾ ਸੀ। ਨੀਰੂ ਦੀਪਕ ਨਾਲ ਅਟੈਚ ਹੁੰਦੀ ਗਈ। ਉਹ ਵੀ ਤਾਂ ਆਖਰ ਇੱਕ ਮਰਦ ਹੀ ਸੀ। ਉਸ ਨੂੰ ਟਾਈਮ ਪਾਸ ਕਰਨ ਲਈ ਇੱਕ ਔਰਤ ਮਿਲ ਗਈ ਸੀ। ਉਹ ਨੀਰੂ ਨਾਲ ਗੱਲ ਕਰਦਾ ਅਤੇ ਉਸ ਨੂੰ ਯਕੀਨ ਦਿਵਾਉਂਦਾ ਕਿ ਮੈਂ ਹਮੇਸ਼ਾ ਤੇਰੇ ਨਾਲ ਰਹਾਂਗਾ। ਜੇਕਰ ਤੇਰਾ ਪਤੀ ਤੇਰਾ ਸਾਥ ਨਹੀਂ ਨਿਭਾਉਂਦਾ ਤਾਂ ਉਸ ਨੂੰ ਦਫਾ ਕਰ, ਉਸ ਤੋਂ ਤਲਾਕ ਲੈ ਲੈ। ਨੀਰੂ ਹਾਲਾਤ ਦੀ ਸਤਾਈ ਹੋਈ ਨਾ ਚਾਹੁੰਦੇ ਹੋਏ ਵੀ ਉਸ ਦੀਆਂ ਗੱਲਾਂ ਉੱਪਰ ਯਕੀਨ ਕਰ ਲੈਂਦੀ ਸੀ। ਪਰ ਉਹ ਹਲੇ ਵੀ ਚਾਹੁੰਦੀ ਸੀ ਕਿ ਨਿਰਮਲ ਉਸ ਨਾਲ ਪਿਆਰ ਨਾਲ ਗੱਲ ਕਰੇ, ਉਸ ਨੂੰ ਅਪਣਾਵੇ, ਤਾਂ ਜੋ ਉਹ ਇਸ ਗੰਦਗੀ ਵਿੱਚੋਂ ਨਿਕਲ ਜਾਵੇ। ਦੀਪਕ ਆਪਣੇ ਦੋਸਤਾਂ ਕੋਲ ਬੈਠਾ ਸੀ ਤਾਂ ਉਸ ਨੂੰ ਨੀਰੂ ਦਾ ਫੋਨ ਆਇਆ। ਉਸਨੇ ਕਿਹਾ, ਸਭ ਚੁੱਪ ਹੋ ਜਾਓ, ਮੇਰੀ ਜਾਨ ਦਾ ਫੋਨ ਆਇਆ ਹੈ। ਉਸਦੇ ਇੱਕ ਦੋਸਤ ਨੇ ਕਿਹਾ, ਇਸ ਨੂੰ ਕਹਿ 5000 ਰੁਪਏ ਦੇਵੇ, ਇਸ ਤੋਂ ਪੈਸੇ ਮੰਗ। ਦੀਪਕ ਕਹਿਣ ਲੱਗਿਆ, ਅੱਛਾ ਹੁਣ ਕੋਈ ਨਹੀਂ ਬੋਲੇਗਾ। ਉਸਨੇ ਹੈੱਡਫੋਨ ਆਪਣੇ ਦੂਜੇ ਦੋਸਤ ਦੇ ਕੰਨ ਵਿੱਚ ਲਗਾ ਦਿੱਤਾ। ਉਸਨੇ ਕਿਹਾ, ਨੀਰੂ ਮੈਂ ਤੈਨੂੰ ਹੀ ਯਾਦ ਕਰ ਰਿਹਾ ਸੀ। ਨੀਰੂ ਨੇ ਹੱਸਦੇ ਹੋਏ ਕਿਹਾ, ਮੇਰਾ ਰਾਜਕੁਮਾਰ ਮੈਨੂੰ ਕਿਉਂ ਯਾਦ ਕਰ ਰਿਹਾ ਸੀ? ਦੀਪਕ ਦੇ ਦੋਸਤ ਨੇ ਉਸ ਨੂੰ ਅੱਖਾਂ ਵਿੱਚ ਇਸ਼ਾਰਾ ਕੀਤਾ ਤਾਂ ਉਸਨੇ ਕਿਹਾ, ਨੀਰੂ ਇੱਕ ਪਰੇਸ਼ਾਨੀ ਹੈ। ਨੀਰੂ ਨੇ ਬਹੁਤ ਪਿਆਰ ਨਾਲ ਪੁੱਛਿਆ, ਦੀਪਕ ਕਿਹੜੀ ਪਰੇਸ਼ਾਨੀ ਹੈ? ਤਾਂ ਦੀਪਕ ਕਹਿਣ ਲੱਗਿਆ, ਯਾਰ ਨੀਰੂ ਮੈਨੂੰ 5000 ਰੁਪਏ ਚਾਹੀਦੇ ਹਨ, ਬਹੁਤ ਜ਼ਰੂਰਤ ਹੈ। ਨੀਰੂ ਨੇ ਕਿਹਾ, ਦੀਪਕ ਤੂੰ ਚਿੰਤਾ ਨਾ ਕਰ, ਮੈਂ ਭੇਜ ਦੇਵਾਂਗੀ। ਫੋਨ ਕੱਟਣ ਤੋਂ ਬਾਅਦ ਸਭ ਦੋਸਤ ਜ਼ੋਰ-ਜ਼ੋਰ ਨਾਲ ਹੱਸਣ ਲੱਗੇ। ਦੀਪਕ ਨੇ ਨੀਰੂ ਦੀ ਫੋਟੋ ਆਪਣੇ ਦੋਸਤਾਂ ਨੂੰ ਦਿਖਾਉਣੀ ਸ਼ੁਰੂ ਕੀਤੀ ਤਾਂ ਉਸਦਾ ਇੱਕ ਦੋਸਤ ਕਹਿਣ ਲੱਗਿਆ, ਤੂੰ ਕਿੰਨੀ ਚੰਗੀ ਕਿਸਮਤ ਵਾਲਾ ਹੈ, ਤੈਨੂੰ ਇੰਨੀ ਸੋਹਣੀ ਕੁੜੀ ਮਿਲ ਗਈ। ਉਸ ਨੂੰ ਕਹੀਂ ਆਪਣੀਆਂ ਹੋਰ ਸੋਹਣੀਆਂ ਫੋਟੋਆਂ ਭੇਜੇ। ਨੀਰੂ ਵਿਚਾਰੀ ਇਸ ਸਭ ਧੋਖੇ ਤੋਂ ਬੇਖਬਰ ਸੀ। ਨਿਰਮਲ ਨੇ ਮੂੰਹ ਮੋੜਿਆ ਤਾਂ ਉਹ ਇੱਕ ਗਲਤ ਇਨਸਾਨ ਦੇ ਹੱਥ ਲੱਗ ਗਈ। ਦੀਪਕ ਉਸ ਤੋਂ ਪੈਸੇ ਮੰਗਦਾ ਅਤੇ ਉਹ ਦਿੰਦੀ ਰਹਿੰਦੀ। ਉਹ ਜੋ ਕਹਿੰਦਾ ਨੀਰੂ ਕਰਦੀ ਰਹਿੰਦੀ।
ਉਸਨੂੰ ਦੀਪਕ ਦੀ ਆਦਤ ਹੋ ਚੁੱਕੀ ਸੀ। ਉਹ ਨਿਰਮਲ ਨੂੰ ਧੋਖਾ ਨਹੀਂ ਦੇਣਾ ਚਾਹੁੰਦੀ ਸੀ। ਉਹ ਉੱਪਰ ਵਾਲੇ ਦੇ ਸਾਹਮਣੇ ਰੋਂਦੇ ਹੋਏ ਅਰਦਾਸ ਕਰਦੀ ਕਿ ਹੇ ਪਰਮਾਤਮਾ, ਮੈਨੂੰ ਇਸ ਦਲਦਲ ਵਿੱਚੋਂ ਕੱਢ ਦੇ, ਮੈਂ ਇਸ ਗੰਦਗੀ ਵਿੱਚ ਧੱਸਦੀ ਹੀ ਜਾ ਰਹੀ ਹਾਂ। ਫਿਰ ਇੱਕ ਦਿਨ ਨਿਰਮਲ ਨੂੰ ਪਤਾ ਲੱਗ ਗਿਆ ਕਿ ਨੀਰੂ ਦਾ ਕਿਸੇ ਨਾਲ ਚੱਕਰ ਚੱਲ ਰਿਹਾ ਹੈ। ਉਸ ਦੀ ਗੈਰਤ ਜਾਗ ਗਈ। ਉਹ ਕੰਮ ਤੋਂ ਘਰ ਆਇਆ। ਨੀਰੂ ਨੂੰ ਬਹੁਤ ਤੇਜ਼ ਬੁਖਾਰ ਸੀ। ਨਿਰਮਲ ਨੇ ਹੱਥ ਵਿੱਚ ਡੰਡਾ ਚੁੱਕਿਆ ਤੇ ਨੀਰੂ ਨੂੰ ਮਾਰਨ ਲੱਗਿਆ। ਤੈਨੂੰ ਸ਼ਰਮ ਨਹੀਂ ਆਈ ਇਹ ਹਰਕਤ ਕਰਦੀ ਨੂੰ? ਹੁਣ ਬੁਲਾ ਆਪਣੇ ਦੋਸਤ ਨੂੰ, ਤੈਨੂੰ ਆ ਕੇ ਲੈ ਜਾਵੇ। ਉੱਧਰ ਦੀਪਕ ਆਪਣੇ ਦੋਸਤਾਂ ਨੂੰ ਕਹਿ ਰਿਹਾ ਸੀ, ਯਾਰ ਹੁਣ ਨੀਰੂ ਤੋਂ ਦਿਲ ਭਰ ਗਿਆ ਹੈ, ਹੁਣ ਉਸ ਤੋਂ ਜਾਨ ਛੁਡਾਉਣੀ ਪਵੇਗੀ। ਦੂਜੇ ਪਾਸੇ ਨਿਰਮਲ ਉਸ ਨੂੰ ਗਾਲਾਂ ਦਿੰਦਾ ਹੋਇਆ ਕੁੱਟ ਰਿਹਾ ਸੀ। ਨੀਰੂ ਚੁੱਪਚਾਪ ਹਰ ਜ਼ਖਮ ਸਹਿੰਦੀ ਜਾ ਰਹੀ ਸੀ। ਜਦੋਂ ਖੂਨ ਨਾਲ ਲਿਬੜਿਆ ਹੋਇਆ ਡੰਡਾ ਟੁੱਟ ਗਿਆ ਤਾਂ ਨੀਰੂ ਨੇ ਨਿਰਮਲ ਵੱਲ ਵੇਖਿਆ ਅਤੇ ਕਹਿਣ ਲੱਗੀ, ਨਿਰਮਲ, ਥੱਕ ਗਏ ਤੁਸੀਂ, ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਂਦੀ ਹਾਂ। ਨੀਰੂ ਨੇ ਉੱਠਣ ਦੀ ਕੋਸ਼ਿਸ਼ ਕੀਤੀ। ਉਸ ਦੇ ਸਰੀਰ ਵਿੱਚੋਂ ਖੂਨ ਵਗ ਰਿਹਾ ਸੀ। ਉਹ ਨਿਰਮਲ ਦੇ ਪੈਰਾਂ ਵਿੱਚ ਗਿਰ ਗਈ ਅਤੇ ਕਹਿਣ ਲੱਗੀ, ਮੈਨੂੰ ਪਤਾ ਹੈ ਮੈਂ ਤੁਹਾਡੇ ਲਈ ਪੈਰਾਂ ਦੀ ਜੁੱਤੀ ਹਾਂ। ਮੇਰੀ ਜਗ੍ਹਾ ਤਾਂ ਤੁਹਾਡੇ ਪੈਰਾਂ ਵਿੱਚ ਵੀ ਨਹੀਂ ਹੈ। ਮੈਂ ਤਾਂ ਉਹ ਬਦਨਸੀਬ ਔਰਤ ਹਾਂ ਜਿਸ ਨੂੰ ਤੁਸੀਂ ਕਦੇ ਅਪਣਾਇਆ ਹੀ ਨਹੀਂ। ਨਿਰਮਲ, ਮੈਨੂੰ ਅੱਗ ਲਗਾ ਕੇ ਜਲਾ ਦਿਓ। ਨਿਰਮਲ ਅੱਜ ਪਹਿਲੀ ਵਾਰ ਨੀਰੂ ਦੀਆਂ ਅੱਖਾਂ ਵਿੱਚ ਦੇਖ ਰਿਹਾ ਸੀ। ਉਹ ਤੜਫ ਰਹੀ ਸੀ। ਨਿਰਮਲ, ਮੈਂ ਤਾਂ ਤੁਹਾਡੇ ਤੋਂ ਸਿਰਫ ਸਮਾਂ ਮੰਗਦੀ ਸੀ। ਮੈਂ 11 ਸਾਲ ਤੁਹਾਡਾ ਇੰਤਜ਼ਾਰ ਕੀਤਾ। ਮੈਂ ਸੋਚਦੀ ਰਹੀ ਤੁਸੀਂ ਮੈਨੂੰ ਕਦੋਂ ਆਪਣੇ ਗਲ ਨਾਲ ਲਾਓਗੇ, ਕਦੋਂ ਮੈਨੂੰ ਸਮਝੋਗੇ। ਨਿਰਮਲ, ਮੈਂ ਇੱਕ ਔਰਤ ਹਾਂ। ਤਲਾਕ ਲੈ ਕੇ ਸਮਾਜ ਵਿੱਚ ਇਕੱਲੀ ਰਹਿਣਾ ਮੇਰੇ ਲਈ ਸੌਖਾ ਨਹੀਂ ਸੀ। ਮੈਂ ਕੀ ਕਰਦੀ, ਕਿੱਥੇ ਜਾਂਦੀ? ਮੇਰੇ ਕੋਲ ਬੈਠ ਕੇ ਤੁਸੀਂ ਕਦੇ ਨਹੀਂ ਪੁੱਛਿਆ, ਨੀਰੂ ਤੇਰਾ ਕੀ ਹਾਲ ਹੈ, ਤੈਨੂੰ ਕੀ ਚਾਹੀਦਾ ਹੈ? ਮੈਂ ਤਾਂ ਕਦੇ ਤੁਹਾਡੀ ਜ਼ਿੰਦਗੀ ਵਿੱਚ ਹੈ ਹੀ ਨਹੀਂ ਸੀ। ਮਰ ਤਾਂ ਮੈਂ ਉਸੇ ਦਿਨ ਗਈ ਸੀ ਜਦੋਂ ਮੈਂ ਤੁਹਾਡੇ ਨਾਲ ਬੇਵਫਾਈ ਕੀਤੀ ਸੀ ਅਤੇ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਸੀ। ਭਲਾ ਮੇਰੀ ਕੀ ਔਕਾਤ ਸੀ? ਪਰ ਬਾਅਦ ਵਿੱਚ ਸੋਚ ਕੇ ਮੇਰੀ ਚਿਤਾ 'ਤੇ ਆ ਕੇ ਮੈਨੂੰ ਜ਼ਰੂਰ ਦੱਸਿਓ, ਤੁਸੀਂ ਮੈਨੂੰ ਕਿੰਨਾ ਤੜਫਾਇਆ ਸੀ। ਆਖਿਰ ਮੈਂ ਕਿਉਂ ਕਿਸੇ ਹੋਰ ਆਦਮੀ ਵੱਲ ਗਈ? ਬਸ ਮੈਂ ਆਖਰੀ ਵਾਰ ਤੁਹਾਡੇ ਅੱਗੇ ਹੱਥ ਜੋੜਦੀ ਹਾਂ। ਇੱਕ ਵਾਰ ਮੈਨੂੰ ਆਪਣਾ ਕਹਿ ਕੇ ਬੁਲਾ ਲਓ। ਮੈਨੂੰ ਕਹੋ ਤੁਹਾਨੂੰ ਮੇਰੀ ਫਿਕਰ ਹੈ। ਨੀਰੂ ਦੀਆਂ ਅੱਖਾਂ ਬੰਦ ਹੋ ਰਹੀਆਂ ਸਨ। ਨਿਰਮਲ ਨੂੰ ਸਭ ਕੁਝ ਸਮਝ ਆ ਗਿਆ ਸੀ। ਉਹ ਸਮਝ ਗਿਆ ਸੀ ਕਿ ਉਸ ਦੀ ਬੇਰੁਖੀ ਨੇ ਨੀਰੂ ਨੂੰ ਕਿੰਨਾ ਦਰਦ ਦਿੱਤਾ ਸੀ। ਉਸਨੇ ਨੀਰੂ ਨੂੰ ਗਲ ਨਾਲ ਲਾਇਆ ਅਤੇ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਿਆ। ਡਾਕਟਰ ਨੇ ਉਸ ਨੂੰ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਕੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਨਿਰਮਲ ਉਹ ਸਾਰੇ ਪਲ ਯਾਦ ਕਰ ਰਿਹਾ ਸੀ ਜਦੋਂ ਨੀਰੂ ਉਸ ਦੇ ਅੱਗੇ ਭੀਖ ਮੰਗਦੀ ਸੀ ਕਿ ਨਿਰਮਲ, ਮੇਰੇ ਨਾਲ ਪਿਆਰ ਨਾਲ ਗੱਲ ਕਰੋ, ਮੇਰੇ ਲਈ ਵੀ ਸਮਾਂ ਕੱਢਿਆ ਕਰੋ, ਮੇਰੇ ਕੋਲ ਬੈਠਿਆ ਕਰੋ। ਨਿਰਮਲ ਸਭ ਕੁਝ ਸੋਚ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗਿਆ ਅਤੇ ਕਹਿਣ ਲੱਗਿਆ, ਹੇ ਰੱਬਾ, ਮੇਰੀ ਨੀਰੂ ਨੂੰ ਮੇਰੇ ਤੋਂ ਦੂਰ ਨਾ ਕਰ। ਮੈਂ ਆਪਣੇ ਪਾਪਾ ਦੀ ਮਾफ़ੀ ਮੰਗਦਾ ਹਾਂ। ਮੇਰੀ ਨੀਰੂ ਨੂੰ ਠੀਕ ਕਰ ਦੇ। ਡਾਕਟਰ ਨੇ ਦੱਸਿਆ ਕਿ ਹੁਣ ਖਤਰੇ ਦੀ ਕੋਈ ਗੱਲ ਨਹੀਂ ਹੈ। ਨਿਰਮਲ ਨੀਰੂ ਦੇ ਕੋਲ ਗਿਆ ਤਾਂ ਉਸਨੇ ਅੱਖਾਂ ਖੋਲ੍ਹ ਕੇ ਨਿਰਮਲ ਵੱਲ ਵੇਖਿਆ। ਉਸਨੇ ਨੀਰੂ ਦੇ ਮੱਥੇ ਨੂੰ ਚੁੰਮਿਆ ਅਤੇ ਕਿਹਾ, ਨੀਰੂ, ਮੈਂ ਤੇਰੇ ਕੋਲ ਹਾਂ। ਇਹ ਸ਼ਬਦ ਸੁਣਦੇ ਹੀ ਨੀਰੂ ਦੇ ਚਿਹਰੇ 'ਤੇ ਮੁਸਕਰਾਹਟ ਆ ਗਈ। ਉਸਨੇ ਨਿਰਮਲ ਦਾ ਹੱਥ ਫੜ ਕੇ ਚੁੰਮਿਆ। ਨਿਰਮਲ ਨੇ ਵਾਅਦਾ ਕੀਤਾ, ਨੀਰੂ, ਮੈਂ ਤੇਰਾ ਬਹੁਤ ਖਿਆਲ ਰੱਖਾਂਗਾ। ਦੋਵਾਂ ਵਿੱਚ ਪਿਆਰ ਵਧਣ ਲੱਗਿਆ ਅਤੇ ਨਿਰਮਲ ਨੂੰ ਨੀਰੂ ਦੀ ਫਿਕਰ ਹੋਣ ਲੱਗੀ। ਰੱਬ ਨੇ ਉਹਨਾਂ ਨੂੰ ਇੱਕ ਬੇਟੇ ਦੀ ਦਾਤ ਬਖਸ਼ੀ। ਹੁਣ ਉਹ ਦੋਵੇਂ ਇੱਕ ਦੂਜੇ ਲਈ ਜਿਉਣ ਲੱਗੇ। ਔਰਤ ਬਹੁਤ ਬੇਬਸ ਹੁੰਦੀ ਹੈ। ਆਦਮੀ ਉਸ ਨੂੰ ਕੁਝ ਦਿਨ ਸਮਾਂ ਨਾ ਵੀ ਦੇਵੇ ਤਾਂ ਉਹ ਆਪਣਾ ਹੱਕ ਜਤਾ ਕੇ ਚੁੱਪ ਹੋ ਜਾਂਦੀ ਹੈ। ਉਹ ਆਪਣਾ ਪਿਆਰ, ਆਪਣਾ ਫਰਜ਼ ਨਿਭਾਉਂਦੀ ਰਹਿੰਦੀ ਹੈ। ਆਪਣੇ ਹਮਸਫ਼ਰ ਕੋਲ ਕੁਝ ਦੇਰ ਬੈਠਿਆ ਕਰੋ, ਉਸ ਨਾਲ ਮੁਸਕਰਾ ਕੇ ਗੱਲਾਂ ਕਰਿਆ ਕਰੋ। ਪਿਆਰ ਦੇ ਦੋ ਬੋਲ ਸਾਰੇ ਗਿਲੇ ਸ਼ਿਕਵੇ ਮਿਟਾ ਦਿੰਦੇ ਹਨ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਜੇਕਰ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।